छेड़ के दिल के टूटे तारों को अब तुम उसकी सदा से डरते हो। खुद ही तूफान उठाए हैं तुमने और खुद ही हवा से डरते हो। ਅੱਜ ਅਸੀਂ ਗੱਲ ਕਰਾਂਗੇ 70 ਦੇ ਦਸ਼ਕ ਦੀ ਖੂਬਸੂਰਤ ਅਭਿਨੇਤਰੀ ਜਿਸ ਨੇ ਬਿਨਾਂ ਵਿਆਹ ਕੀਤੇ ਸਾਰੀ ਉਮਰ ਇੱਕ ਸ਼ਖਸ ਦੇ ਨਾਲ ਲਿਵ ਇਨ ਦੇ ਵਿੱਚ ਰਹਿ ਕੇ ਗੁਜ਼ਾਰੀ ਅਤੇ ਅਖੀਰ ਨੂੰ ਉਸ ਦੀ ਮੌਤ ਦੀ ਕੜੀ ਵੀ ਉਸ ਸ਼ਖਸ ਦੇ ਨਾਲ ਹੀ ਜੁੜਦੀ ਹੈ ਜਿਸ ਨੂੰ ਉਸਨੇ ਕਦੇ ਮੁਹੱਬਤ ਕੀਤੀ ਸੀ। ਮੈਂ ਗੱਲ ਕਰ ਰਹੀ ਹਾਂ ਹਿੰਦੀ ਫਿਲਮ ਹੀਰ ਰਾਂਝਾ ਤੋਂ ਬਾਲੀਵੁੱਡ ਦੇ ਵਿੱਚ ਤਹਿਲਕਾ ਮਚਾਉਣ ਵਾਲੀ ਅਭਿਨੇਤਰੀ ਪ੍ਰਿਆ ਰਾਜਵੰਸ਼ ਦੀ, ਜਿਨ੍ਹਾਂ ਦੀ ਅਦਾਕਾਰੀ ਦੇ ਲਈ ਲੋਕ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਹਨ। मिलो न तुम तो हम घबराए, मिलो तो आप चुराए, हमें क्या हो गया है। ਪਰ ਅਚਾਨਕ ਐਵੇਂ ਦਾ ਕੀ ਹੋ ਗਿਆ ਕਿ ਇੱਕ ਦਿਨ ਉਹਨਾਂ ਦੇ ਆਪਣੇ ਹੀ ਘਰ ਦੇ ਵਿੱਚ ਰਹੱਸਮਈ ਹਾਲਤ ਦੇ ਵਿੱਚ ਉਹ ਮਰੇ ਹੋਏ ਪਾਏ ਗਏ। ਤੁਹਾਨੂੰ ਦੱਸ ਦਈਏ ਕਿ ਪ੍ਰਿਆ ਰਾਜਵੰਸ਼ ਬਾਲੀਵੁੱਡ ਦੀ ਐਵੇਂ ਦੀ ਪਹਿਲੀ ਸਦੱਸਿਆ ਸੀ ਜਿਨ੍ਹਾਂ ਦਾ ਕਤਲ ਹੋਇਆ ਸੀ ਤੇ ਜਿਸ ਕਤਲ ਦੇ ਪਿੱਛੇ ਹੱਥ ਵੀ ਦੋ ਵੱਡੀਆਂ ਬਾਲੀਵੁੱਡ ਹਸਤੀਆਂ ਦਾ ਸੀ। ਪ੍ਰਿਆ ਰਾਜਵੰਸ਼ ਦਾ ਜਨਮ 30 ਦਸੰਬਰ 1936 ਨੂੰ ਸ਼ਿਮਲਾ ਦੇ ਵਿੱਚ ਹੋਇਆ। ਉਹਨਾਂ ਦਾ ਅਸਲੀ ਨਾਮ ਵੀਰਾ ਸੁੰਦਰ ਸਿੰਘ ਸੀ। ਉਹਨਾਂ ਦੇ ਪਿਤਾ ਸੁੰਦਰ ਸਿੰਘ ਫੋਰੈਸਟ ਡਿਪਾਰਟਮੈਂਟ ਦੇ ਵਿੱਚ ਕੰਜ਼ਰਵੇਟਰ ਦੇ ਤੌਰ ਤੇ ਕੰਮ ਕਰਦੇ ਸਨ। ਪ੍ਰਿਆ ਦਾ ਬਚਪਨ ਸ਼ਿਮਲਾ ਦੇ ਵਿੱਚ ਉਹਨਾਂ ਦੇ ਦੋ ਭਰਾਵਾਂ ਕਮਲਜੀਤ ਸਿੰਘ ਅਤੇ ਪਦਮਾਜੀਤ ਸਿੰਘ ਦੇ ਨਾਲ ਗੁਜ਼ਰਿਆ ਸੀ। ਉਹਨਾਂ ਦੇ ਭਰਾ ਕਮਲਜੀਤ ਸਿੰਘ ਦਾ ਵੀ ਬਾਲੀਵੁੱਡ ਦੇ ਨਾਲ ਰਿਸ਼ਤਾ ਜੁੜਦਾ ਹੈ। ਉਹਨਾਂ ਨੇ ਸ਼ਗੁਨ ਫਿਲਮ ਦੇ ਵਿੱਚ ਅਭਿਨੇਤਰੀ ਵਹੀਦਾ ਰਹਿਮਾਨ ਦੇ ਹੀਰੋ ਵਜੋਂ ਰੋਲ ਕੀਤਾ ਸੀ ਤੇ ਅੱਗੇ ਚੱਲ ਕੇ ਕਮਲਜੀਤ ਨੇ ਵਹੀਦਾ ਰਹਿਮਾਨ ਦੇ ਨਾਲ ਵਿਆਹ ਕਰ ਲਿਆ, ਜੋ ਕਿ ਰਿਸ਼ਤੇ ਦੇ ਵਿੱਚ ਪ੍ਰਿਆ ਰਾਜਵੰਸ਼ ਦੀ ਭਾਬੀ ਬਣੀ। ਪ੍ਰਿਆ ਰਾਜਵੰਸ਼ ਨੂੰ ਬਚਪਨ ਤੋਂ ਹੀ ਐਕਟਿੰਗ ਦਾ ਸ਼ੌਂਕ ਸੀ ਤੇ ਉਹ ਅਕਸਰ ਇੰਗਲਿਸ਼ ਪਲੇ ਕਰਿਆ ਕਰਦੇ ਸਨ। ਇੱਕ ਵਾਰ ਪ੍ਰਿਆ ਰਾਜਵੰਸ਼ ਨੂੰ ਚੰਡੀਗੜ੍ਹ ਦੇ ਵਿੱਚ ਪਲੇ ਕਰਦੇ ਹੋਏ ਚੇਤਨ ਆਨੰਦ ਦੀ ਪਤਨੀ ਉਮਾ ਆਨੰਦ ਨੇ ਵੇਖਿਆ। ਪ੍ਰਿਆ ਦੀ ਐਕਟਿੰਗ ਨੂੰ ਵੇਖ ਕੇ ਉਮਾ ਆਨੰਦ ਨੇ ਪ੍ਰਿਆ ਨੂੰ ਆਪਣੇ ਪਤੀ ਚੇਤਨ ਆਨੰਦ ਦਾ ਵਿਜ਼ਿਟਿੰਗ ਕਾਰਡ ਦਿੱਤਾ ਤਾਂ ਕਿ ਉਹ ਚੇਤਨ ਆਨੰਦ ਨੂੰ ਮਿਲ ਸਕਣ। ਪਰ ਕਿਸਮਤ ਵੀ ਅਲੱਗ-ਅਲੱਗ ਹੀ ਕਹਾਣੀਆਂ ਲਿਖਦੀ ਹੈ, ਕਿਉਂਕਿ ਉਸ ਵਕਤ ਉਮਾ ਆਨੰਦ ਨੇ ਇਹ ਅੰਦਾਜ਼ਾ ਨਹੀਂ ਲਗਾਇਆ ਹੋਵੇਗਾ ਕਿ ਜਿਸ ਪ੍ਰਿਆ ਨੂੰ ਉਹ ਆਪਣੇ ਪਤੀ ਦੇ ਨਾਲ ਮਿਲਵਾਉਣਾ ਚਾਹੁੰਦੀ ਹੈ ਉਹ ਅੱਗੇ ਜਾ ਕੇ ਉਹਨਾਂ ਦੇ ਹੀ ਪਤੀ ਦੀ ਮੁਹੱਬਤ ਬਣ ਜਾਵੇਗੀ। ਖੈਰ, ਇਹ ਵੀ ਕਿਸਮਤ ਦੀ ਹੀ ਗੱਲ ਸੀ ਕਿ ਉਸ ਵਿਜ਼ਿਟਿੰਗ ਕਾਰਡ ਦਾ ਇਸਤੇਮਾਲ ਕਰਕੇ ਪ੍ਰਿਆ ਕਦੇ ਵੀ ਚੇਤਨ ਆਨੰਦ ਨੂੰ ਨਹੀਂ ਮਿਲੀ। ਫਿਰ ਇੱਕ ਵਾਰ ਪ੍ਰਿਆ ਦੇ ਪਿਤਾ ਯੂਨਾਈਟਿਡ ਨੇਸ਼ਨ ਦੇ ਪ੍ਰੋਜੈਕਟ ਦੇ ਸਿਲਸਿਲੇ ਦੇ ਵਿੱਚ ਆਪਣੇ ਪੂਰੇ ਪਰਿਵਾਰ ਦੇ ਨਾਲ ਲੰਡਨ ਗਏ ਹੋਏ ਸੀ। ਉੱਥੋਂ ਪ੍ਰਿਆ ਨੇ ਇੱਕ ਮਸ਼ਹੂਰ ਸੰਸਥਾ ਰਾਇਲ ਅਕੈਡਮੀ ਆਫ ਡਰਾਮੈਟਿਕ ਆਰਟ ਦੇ ਵਿੱਚ ਐਡਮਿਸ਼ਨ ਲਈ ਅਤੇ ਉੱਥੋਂ ਉਸਨੇ ਐਕਟਿੰਗ ਦਾ ਕੋਰਸ ਕੀਤਾ। ਉਹਨਾਂ ਦਿਨਾਂ ਦੇ ਵਿੱਚ ਪ੍ਰਿਆ ਇੱਕ ਇੰਗਲਿਸ਼ ਪਲੇ ਕਰ ਰਹੀ ਸੀ, ਜਿਸ ਦੌਰਾਨ ਫੋਟੋਗ੍ਰਾਫਰ ਨੇ ਉਹਨਾਂ ਦੀ ਤਸਵੀਰ ਲਈ ਅਤੇ ਉਹ ਤਸਵੀਰ ਕਿਸੇ ਤਰ੍ਹਾਂ ਡਾਇਰੈਕਟਰ ਚੇਤਨ ਆਨੰਦ ਦੇ ਪਾਸ ਪਹੁੰਚ ਗਈ ਤੇ ਉਸ ਵੇਲੇ ਚੇਤਨ ਆਨੰਦ ਆਪਣੀ ਫਿਲਮ ਹਕੀਕਤ ਦੇ ਲਈ ਅਭਿਨੇਤਰੀ ਦੀ ਤਲਾਸ਼ ਕਰ ਰਹੇ ਸਨ। ਤਸਵੀਰ ਵੇਖ ਕੇ ਉਹਨਾਂ ਨੇ ਪ੍ਰਿਆ ਰਾਜਵੰਸ਼ ਦੇ ਨਾਲ ਕੰਟੈਕਟ ਕੀਤਾ ਅਤੇ ਪ੍ਰਿਆ ਰਾਜਵੰਸ਼ ਵੀ ਫਿਲਮ ਦੇ ਵਿੱਚ ਕੰਮ ਕਰਨ ਦੇ ਲਈ ਤਿਆਰ ਹੋ ਗਈ। ਹਕੀਕਤ ਫਿਲਮ ਦੀ ਸ਼ੂਟਿੰਗ ਦੇ ਦਿਨਾਂ ਦੇ ਵਿੱਚ ਚੇਤਨ ਆਨੰਦ ਦਾ ਆਪਣੀ ਪਤਨੀ ਉਮਾ ਆਨੰਦ ਦੇ ਨਾਲ ਝਗੜਾ ਚੱਲ ਰਿਹਾ ਸੀ, ਜਿਸ ਤੋਂ ਬਾਅਦ ਉਹਨਾਂ ਦਾ ਡਿਵੋਰਸ ਵੀ ਹੋ ਗਿਆ ਸੀ। ਹਕੀਕਤ ਫਿਲਮ ਦੇ ਦੌਰਾਨ ਹੀ ਚੇਤਨ ਅਤੇ ਪ੍ਰਿਆ ਦੇ ਵਿੱਚ ਨਜ਼ਦੀਕੀਆਂ ਵਧਣ ਲੱਗੀਆਂ ਅਤੇ ਵੀਰਾ ਸੁੰਦਰ ਸਿੰਘ ਤੋਂ ਬਦਲ ਕੇ ਪ੍ਰਿਆ ਰਾਜਵੰਸ਼ ਨਾਮ ਵੀ ਚੇਤਨ ਆਨੰਦ ਨੇ ਹੀ ਪ੍ਰਿਆ ਨੂੰ ਦਿੱਤਾ ਸੀ। ਚੇਤਨ ਆਨੰਦ ਨੇ ਤਲਾਕ ਤੋਂ ਬਾਅਦ ਜੂਹੂ ਦੇ ਵਿੱਚ ਪ੍ਰਿਆ ਦੇ ਲਈ ਇੱਕ ਬੰਗਲਾ ਖਰੀਦਿਆ, ਜਿਸ ਨੂੰ ਰੂਇਆ ਬੰਗਲਾ ਵੀ ਕਿਹਾ ਜਾਂਦਾ ਸੀ। ਇਸ ਬੰਗਲੇ ਦੀ ਵਸੀਅਤ ਨੂੰ 3 ਹਿੱਸਿਆਂ ਦੇ ਵਿੱਚ ਵੰਡਿਆ ਗਿਆ, ਯਾਨੀ ਕਿ ਪ੍ਰਿਆ ਰਾਜਵੰਸ਼ ਅਤੇ ਚੇਤਨ ਆਨੰਦ ਦੇ 2 ਬੇਟੇ ਵਿਵੇਕ ਅਤੇ ਕੇਤਨ ਆਨੰਦ ਦੇ ਵਿੱਚ। ਇਸ ਬੰਗਲੇ ਦੇ ਵਿੱਚ ਪ੍ਰਿਆ ਅਤੇ ਚੇਤਨ ਆਨੰਦ ਇਕੱਠੇ ਰਹਿਣ ਲੱਗੇ। ਹਾਲਾਂਕਿ ਉਸ ਦੌਰ ਦੇ ਵਿੱਚ ਲਿਵ ਇਨ ਦੇ ਵਿੱਚ ਰਹਿਣਾ ਬਹੁਤ ਵੱਡੀ ਗੱਲ ਮੰਨੀ ਜਾਂਦੀ ਸੀ, ਪਰ ਇਹ ਪਹਿਲਾ ਕਪਲ ਸੀ ਜਿਸ ਨੇ ਲਿਵ ਇਨ ਦੇ ਵਿੱਚ ਰਹਿਣ ਵਾਲੀ ਗੱਲ ਸਾਰੀ ਦੁਨੀਆ ਦੇ ਸਾਹਮਣੇ ਰੱਖੀ। 25 ਤੋਂ 27 ਸਾਲ ਤੱਕ ਚੇਤਨ ਅਤੇ ਪ੍ਰਿਆ ਬਿਨਾਂ ਵਿਆਹ ਕਰਵਾਏ ਲਿਵ ਇਨ ਦੇ ਵਿੱਚ ਰਹੇ। ਇਸ ਦੌਰਾਨ ਪ੍ਰਿਆ ਨੇ ਚੇਤਨ ਦੇ ਨਾਲ 7 ਫਿਲਮਾਂ ਕੀਤੀਆਂ, ਜਿਨ੍ਹਾਂ ਦੇ ਵਿੱਚ ਹਕੀਕਤ, ਹੀਰ ਰਾਂਝਾ, ਹਸਤੇ ਜ਼ਖਮ, ਹਿੰਦੁਸਤਾਨ ਕੀ ਕਸਮ, ਸਾਹਿਬ ਬਹਾਦੁਰ, ਕੁਦਰਤ ਅਤੇ ਹਾਥੋਂ ਕੀ ਲਕੀਰੇ ਸਨ। ਤੇ ਪ੍ਰਿਆ ਨੇ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਸਿਰਫ ਤੇ ਸਿਰਫ 7 ਹੀ ਫਿਲਮਾਂ ਕੀਤੀਆਂ ਹਨ। ਜਦੋਂ ਵੀ ਕੋਈ ਡਾਇਰੈਕਟਰ ਉਹਨਾਂ ਨੂੰ ਅਪਰੋਚ ਕਰਨ ਦੀ ਕੋਸ਼ਿਸ਼ ਕਰਦਾ ਤਾਂ ਪ੍ਰਿਆ ਇਹ ਕਹਿ ਕੇ ਮਨਾ ਕਰ ਦਿੰਦੀ ਕਿ ਉਹ ਚੇਤਨ ਆਨੰਦ ਤੋਂ ਬਿਨਾਂ ਕਿਸੇ ਹੋਰ ਨਾਲ ਕੰਮ ਨਹੀਂ ਕਰਨਾ ਚਾਹੁੰਦੀ। ਚੇਤਨ ਅਤੇ ਪ੍ਰਿਆ ਨੂੰ ਹਰ ਥਾਂ, ਹਰ ਪਾਰਟੀ ਅਤੇ ਹਰ ਫੰਕਸ਼ਨ ਦੇ ਵਿੱਚ ਇਕੱਠੇ ਵੇਖਿਆ ਜਾਂਦਾ ਸੀ। ਇੱਥੋਂ ਤੱਕ ਕਿ ਬਾਲੀਵੁੱਡ ਤਾਂ ਉਹਨਾਂ ਨੂੰ ਪਤੀ ਪਤਨੀ ਵੀ ਮੰਨਦਾ ਸੀ। ਹਾਲਾਂਕਿ ਉਹਨਾਂ ਨੇ ਕਦੇ ਵਿਆਹ ਨਹੀਂ ਕੀਤਾ। ਪ੍ਰਿਆ ਦੀ ਜ਼ਿੰਦਗੀ ਦੇ ਵਿੱਚ ਇੱਕ ਵੱਡਾ ਮੋੜ ਉਦੋਂ ਆਇਆ ਜਦੋਂ ਚੇਤਨ ਆਨੰਦ ਦੀ ਮੌਤ ਹੋਈ।
ਉਸ ਤੋਂ ਬਾਅਦ ਪ੍ਰਿਆ ਅਤੇ ਚੇਤਨ ਆਨੰਦ ਦੇ ਦੋਵੇਂ ਬੇਟੇ ਕੇਤਨ ਆਨੰਦ ਅਤੇ ਵਿਵੇਕ ਆਨੰਦ ਦੀ ਜ਼ਿੰਦਗੀ ਦੇ ਵਿੱਚ ਇੱਕ ਵੱਡਾ ਬਦਲਾਅ ਆਇਆ ਸੀ। ਇੱਥੋਂ ਤੱਕ ਕਿ ਇਹ ਵੀ ਕਿਹਾ ਜਾਂਦਾ ਹੈ ਕਿ ਚੇਤਨ ਦੀ ਮੌਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੀ ਮਾਲੀ ਹਾਲਤ ਕਾਫੀ ਬੁਰੀ ਹੋ ਗਈ ਸੀ। ਚੇਤਨ ਦੇ ਦੋਵੇਂ ਬੇਟੇ ਚਾਹੁੰਦੇ ਸਨ ਕਿ ਪ੍ਰਿਆ ਰਾਜਵੰਸ਼ ਬੰਗਲਾ ਖਾਲੀ ਕਰ ਦੇਵੇ, ਕਿਉਂਕਿ ਉਸ ਵੇਲੇ ਜੂਹੂ ਦੇ ਵਿੱਚ ਪ੍ਰਾਪਰਟੀ ਦੇ ਰੇਟ ਆਸਮਾਨ ਨੂੰ ਛੂ ਰਹੇ ਸਨ ਤੇ ਉਹ ਬੰਗਲੇ ਨੂੰ ਦੋਵੇਂ ਜਣੇ ਆਪਣੇ ਨਾਮ ਕਰਵਾਉਣਾ ਚਾਹੁੰਦੇ ਸਨ। ਪਰ ਪ੍ਰਿਆ ਬੰਗਲਾ ਖਾਲੀ ਕਰਨ ਦੇ ਲਈ ਤਿਆਰ ਨਹੀਂ ਸੀ। ਇਸ ਦੌਰਾਨ ਦੋਵਾਂ ਜਣਿਆਂ ਨੇ ਪ੍ਰਿਆ ਨੂੰ ਵਸੀਅਤ ਦੇ ਵਿੱਚ ਬਣਦੇ ਹਿੱਸੇ ਦਾ ਖਰਚਾ ਵੀ ਦੇਣਾ ਬੰਦ ਕਰ ਦਿੱਤਾ, ਜਿਸ ਕਰਕੇ ਪ੍ਰਿਆ ਨੂੰ ਪੈਸਿਆਂ ਦੀ ਤੰਗੀ ਆਉਣ ਲੱਗ ਪਈ। ਤਾਂ ਪ੍ਰਿਆ ਨੇ ਚੇਤਨ ਆਨੰਦ ਦੇ ਭਰਾ ਦੇਵਾ ਆਨੰਦ ਅਤੇ ਬਾਕੀ ਰਿਸ਼ਤੇਦਾਰਾਂ ਨੂੰ ਖਤ ਲਿਖੇ ਕਿ ਉਸ ਨੂੰ ਵਸੀਅਤ ਦੇ ਵਿੱਚ ਬਰਾਬਰ ਦਾ ਹਿੱਸਾ ਦਿਵਾਉਣ ਦੇ ਵਿੱਚ ਉਸ ਦੀ ਮਦਦ ਕੀਤੀ ਜਾਵੇ। ਤੇ ਪ੍ਰਿਆ ਦੀ ਮੌਤ ਤੋਂ ਬਾਅਦ ਇਹ ਸਾਰੇ ਖਤ ਸਬੂਤ ਵਜੋਂ ਪੇਸ਼ ਵੀ ਕੀਤੇ ਗਏ ਸਨ, ਪਰ ਕਹਿੰਦੇ ਹਨ ਕਿ ਉਸ ਵੇਲੇ ਕਿਸੇ ਨੇ ਵੀ ਪ੍ਰਿਆ ਦੀ ਮਦਦ ਨਹੀਂ ਕੀਤੀ। ਖੈਰ, ਜਦੋਂ ਕੇਤਨ ਅਤੇ ਵਿਵੇਕਾਨੰਦ ਨੂੰ ਲੱਗਿਆ ਕਿ ਇਸ ਬੰਗਲੇ ਤੇ ਉਦੋਂ ਤੱਕ ਕਬਜ਼ਾ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਪ੍ਰਿਆ ਜਿੰਦਾ ਹੈ, ਤਾਂ ਦੋਵਾਂ ਜਣਿਆਂ ਨੇ ਮਿਲ ਕੇ ਪੂਰੀ ਮਲਕੀਅਤ ਨੂੰ ਆਪਣੇ ਨਾਮ ਕਰਵਾਉਣ ਦੇ ਲਈ ਪ੍ਰਿਆ ਨੂੰ ਰਸਤੇ ਤੋਂ ਹਟਾਉਣ ਦੀ ਸਾਜ਼ਿਸ਼ ਰਚੀ। ਉਸ ਬੰਗਲੇ ਦੇ ਵਿੱਚ ਆਨੰਦ ਪਰਿਵਾਰ ਦੇ ਦੋ ਪੁਰਾਣੇ ਨੌਕਰ ਕੰਮ ਕਰਦੇ ਸਨ, ਮਾਲਾ ਚੌਧਰੀ ਅਤੇ ਅਸ਼ੋਕਨ ਸਵਾਮੀ, ਜਿਨ੍ਹਾਂ ਦਾ ਖਰਚਾ ਕੇਤਨ ਅਤੇ ਵਿਵੇਕ ਆਨੰਦ ਹੀ ਦਿੰਦੇ ਸਨ। ਦੋਵਾਂ ਬੇਟਿਆਂ ਨੇ ਉਹਨਾਂ ਨੌਕਰਾਂ ਨੂੰ ਆਪਣੀ ਸਾਜ਼ਿਸ਼ ਦੇ ਵਿੱਚ ਸ਼ਾਮਲ ਕਰਨ ਦੀ ਸੋਚੀ, ਜਿਸ ਦੇ ਵਿੱਚ ਕੇਤਨ ਅਤੇ ਵਿਵੇਕ ਨੇ ਆਪਣੀ ਮਤੇਈ ਮਾਂ ਯਾਨੀ ਕਿ ਪ੍ਰਿਆ ਰਾਜਵੰਸ਼ ਦੀ ਸੁਪਾਰੀ ਉਹਨਾਂ ਦੋਵੇਂ ਨੌਕਰਾਂ ਨੂੰ ਦਿੱਤੀ ਤੇ ਪ੍ਰਿਆ ਦੀ ਮੌਤ ਤੋਂ ਬਾਅਦ ਬੰਗਲਾ ਆਪਣੇ ਨਾਮ ਹੋ ਜਾਣ ਤੇ ਨੌਕਰਾਂ ਨੂੰ ਇੱਕ ਮੋਟੀ ਰਕਮ ਦੇਣ ਦਾ ਵੀ ਵਾਅਦਾ ਕੀਤਾ ਸੀ। ਉਹਨਾਂ ਨੇ ਸਾਜ਼ਿਸ਼ ਰਚੀ ਕਿ ਕਤਲ ਇਸ ਤਰ੍ਹਾਂ ਵਿਖਾਇਆ ਜਾਵੇ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਕਿ ਪ੍ਰਿਆ ਰਾਜਵੰਸ਼ ਦਾ ਕਤਲ ਉਹਨਾਂ ਦੋਵੇਂ ਬੇਟਿਆਂ ਵੱਲੋਂ ਕੀਤਾ ਗਿਆ ਹੈ, ਕਿਉਂਕਿ ਉਸ ਵੇਲੇ ਪ੍ਰਿਆ, ਕੇਤਨ ਅਤੇ ਵਿਵੇਕ ਦੇ ਝਗੜੇ ਦੀਆਂ ਗੱਲਾਂ ਬਾਲੀਵੁੱਡ ਇੰਡਸਟਰੀ ਦੇ ਵਿੱਚ ਅੱਗ ਦੀ ਤਰ੍ਹਾਂ ਫੈਲ ਚੁੱਕੀਆਂ ਸਨ। ਫਿਰ ਦੋਵੇਂ ਬੇਟਿਆਂ ਨੇ ਪ੍ਰਿਆ ਨੂੰ ਜ਼ਹਿਰ ਦੇਣ ਦੀ ਸੋਚੀ ਅਤੇ ਉਹਨਾਂ ਨੇ ਸੋਚਿਆ ਕਿ ਐਵੇਂ ਦਾ ਜ਼ਹਿਰ ਦਿੱਤਾ ਜਾਵੇ ਜਿਸ ਦਾ ਪਤਾ ਪੋਸਟਮਾਰਟਮ ਰਿਪੋਰਟ ਦੇ ਵਿੱਚ ਵੀ ਨਾ ਆਵੇ। ਪਰ ਉਹਨਾਂ ਨੇ ਵੇਖਿਆ ਕਿ ਐਵੇਂ ਦਾ ਕੋਈ ਜ਼ਹਿਰ ਨਹੀਂ ਹੁੰਦਾ ਅਤੇ ਉਹ ਪਕੜੇ ਜਾ ਸਕਦੇ ਹਨ। ਫਿਰ ਉਹਨਾਂ ਨੇ ਸੋਚਿਆ ਕਿ ਕੁਝ ਐਵੇਂ ਦਾ ਕੀਤਾ ਜਾਵੇ ਜਿਸ ਤੋਂ ਪਤਾ ਚੱਲੇ ਕਿ ਹਾਰਟ ਅਟੈਕ ਹੈ ਅਤੇ ਲੱਗੇ ਕਿ ਇੱਕ ਨੈਚੁਰਲ ਡੈਥ ਹੈ। ਬਹੁਤ ਸਾਰੀਆਂ ਚੀਜ਼ਾਂ ਉੱਤੇ ਗੌਰ ਕਰਨ ਤੋਂ ਬਾਅਦ ਤੈਅ ਹੋਇਆ ਕਿ ਗਲਾ ਘੋਟ ਕੇ ਮਾਰਿਆ ਜਾਵੇ। ਹਾਲਾਂਕਿ ਇਸ ਵਿੱਚ ਪਕੜੇ ਜਾਣ ਦਾ ਖਤਰਾ ਸੀ, ਪਰ ਉਹਨਾਂ ਨੇ ਸੋਚਿਆ ਕਿ ਮੌਤ ਨੂੰ ਐਵੇਂ ਵਿਖਾਇਆ ਜਾਵੇ ਕਿ ਪਤਾ ਚੱਲੇ ਕਿ ਪ੍ਰਿਆ ਕਿਚਨ ਜਾਂ ਬਾਥਰੂਮ ਦੇ ਵਿੱਚ ਫਿਸਲਣ ਕਰਕੇ ਅਚਾਨਕ ਉਸ ਦੀ ਮੌਤ ਹੋ ਗਈ ਹੈ ਅਤੇ ਗਲੇ ਉੱਤੇ ਕੋਈ ਵੀ ਨਿਸ਼ਾਨ ਨਾ ਆਵੇ ਤੇ ਪੂਰੀ ਕੋਸ਼ਿਸ਼ ਰਹੇ ਕਿ ਪੋਸਟਮਾਰਟਮ ਵੀ ਨਾ ਕੀਤਾ ਜਾਵੇ। ਫਿਰ ਦੋਵੇਂ ਨੌਕਰਾਂ ਨੂੰ ਨਾਲ ਮਿਲਾ ਕੇ ਗਲਾ ਘੋਟ ਕੇ ਮਾਰਨਾ ਤੈਅ ਹੋਇਆ। 27 ਮਾਰਚ 2000 ਦੀ ਸਵੇਰ ਦੀ ਗੱਲ ਸੀ ਜਦੋਂ ਚਾਰੇ ਪਾਸੇ ਰੌਲਾ ਪੈ ਗਿਆ ਕਿ ਪ੍ਰਿਆ ਰਾਜਵੰਸ਼ ਦੀ ਰੁਈਆ ਬੰਗਲੇ ਦੇ ਵਿੱਚੋਂ ਲਾਸ਼ ਮਿਲੀ ਹੈ। ਗੱਲ 26 ਮਾਰਚ 2000 ਦੀ ਹੈ ਜਦੋਂ ਦੋਵੇਂ ਨੌਕਰਾਂ ਨੇ ਪ੍ਰਿਆ ਦੀ ਚਾਹ ਦੇ ਵਿੱਚ ਜ਼ਹਿਰੀਲੀ ਚੀਜ਼ ਮਿਲਾ ਕੇ ਉਸ ਨੂੰ ਚਾਹ ਦਿੱਤੀ ਸੀ, ਜਿਸ ਨੂੰ ਪੀਣ ਤੋਂ ਬਾਅਦ ਉਹ ਬੇਹੋਸ਼ ਹੋ ਜਾਂਦੀ ਹੈ। ਬੇਹੋਸ਼ ਹੋਣ ਤੋਂ ਬਾਅਦ ਅਸ਼ੋਕਨ ਸਵਾਮੀ ਪ੍ਰਿਆ ਦਾ ਗਲਾ ਘੋਟ ਕੇ ਉਸ ਨੂੰ ਮਾਰ ਦਿੰਦਾ ਹੈ, ਜਿਸ ਤੋਂ ਬਾਅਦ ਦੋਵੇਂ ਨੌਕਰ ਉੱਥੋਂ ਨਿਕਲ ਜਾਂਦੇ ਹਨ। ਪਰ ਮਾਲਾ ਚੌਧਰੀ ਨੂੰ ਲੱਗਦਾ ਹੈ ਕਿ ਕੁਝ ਚੀਜ਼ਾਂ ਬੰਗਲੇ ਦੇ ਵਿੱਚ ਹੀ ਰਹਿ ਗਈਆਂ ਹਨ, ਤਾਂ ਜਦੋਂ ਉਹ ਬੰਗਲੇ ਦੇ ਵਿੱਚ ਵਾਪਸ ਆਉਂਦੀ ਹੈ ਤਾਂ ਵੇਖਦੀ ਹੈ ਕਿ ਪ੍ਰਿਆ ਅਜੇ ਜਿੰਦਾ ਸੀ, ਜਿਸ ਨੂੰ ਵੇਖ ਕੇ ਉਹ ਘਬਰਾ ਜਾਂਦੀ ਹੈ ਅਤੇ ਭੱਜ ਕੇ ਬਾਥਰੂਮ ਦੇ ਵਿੱਚ ਰੱਖੀ ਹੋਈ ਕੱਪੜੇ ਧੋਣ ਵਾਲੀ ਥਾਪੀ ਚੁੱਕ ਲਿਆਉਂਦੀ ਹੈ, ਜਿਸ ਦੇ ਨਾਲ ਉਹ ਪ੍ਰਿਆ ਦੇ ਸਿਰ ਉੱਤੇ 3 ਤੋਂ 4 ਵਾਰ ਵਾਰ ਕਰਦੀ ਹੈ, ਪਰ ਸਿਰ ਦੇ ਵਿੱਚੋਂ ਖੂਨ ਨਹੀਂ ਨਿਕਲਦਾ। ਜਦੋਂ ਮਾਲਾ ਚੌਧਰੀ ਨੇ ਵੇਖਿਆ ਕਿ ਹੁਣ ਸਾਹ ਨਹੀਂ ਚੱਲ ਰਹੇ ਤਾਂ ਉਸ ਰਾਤ ਤਾਂ ਉਹ ਉੱਥੋਂ ਨਿਕਲ ਜਾਂਦੀ ਹੈ। ਪਰ ਅਗਲੀ ਸਵੇਰ ਯਾਨੀ ਕਿ 27 ਮਾਰਚ ਨੂੰ ਮਾਲਾ ਚੌਧਰੀ ਆਸ ਪੜੋਸ ਦੇ ਵਿੱਚ ਖਬਰ ਕਰਦੀ ਹੈ ਕਿ ਪ੍ਰਿਆ ਮੈਡਮ ਨੂੰ ਅਚਾਨਕ ਕੁਝ ਹੋ ਗਿਆ ਹੈ, ਕਿਉਂਕਿ ਪ੍ਰਿਆ ਰਾਜਵੰਸ਼ ਉਸ ਵੇਲੇ ਦੀ ਇੱਕ ਮਸ਼ਹੂਰ ਅਭਿਨੇਤਰੀ ਸੀ, ਜਿਸ ਕਰਕੇ ਇਹ ਖਬਰ ਅੱਗ ਦੀ ਤਰ੍ਹਾਂ ਫੈਲ ਜਾਂਦੀ ਹੈ ਅਤੇ ਪੁਲਿਸ ਅਤੇ ਲੋਕਾਂ ਨੂੰ ਸ਼ੱਕ ਹੁੰਦਾ ਹੈ ਕਿ ਅਚਾਨਕ ਮੌਤ ਕਿਵੇਂ ਹੋ ਗਈ। ਜਿਸ ਤੋਂ ਬਾਅਦ ਪੋਸਟਮਾਰਟਮ ਕਰਵਾਇਆ ਜਾਂਦਾ ਹੈ, ਜਿੱਥੋਂ ਪਹਿਲਾ ਸ਼ੱਕ ਖੁਦਕੁਸ਼ੀ ਦਾ ਅਤੇ ਫਿਰ ਹਾਰਟ ਅਟੈਕ ਦਾ ਆਉਂਦਾ ਹੈ। ਪਰ ਜਦੋਂ ਦੂਜੀ ਵਾਰ ਫਿਰ ਪੋਸਟਮਾਰਟਮ ਕਰਵਾਇਆ ਜਾਂਦਾ ਹੈ ਤਾਂ ਸਾਹਮਣੇ ਆਉਂਦਾ ਹੈ ਕਿ ਮਰਡਰ ਕੀਤਾ ਗਿਆ ਹੈ।
ਜਿਸ ਦੇ ਵਿੱਚ ਆਉਂਦਾ ਹੈ ਕਿ ਮਰਡਰ ਗਲਾ ਘੋਟ ਕੇ ਕੀਤਾ ਗਿਆ ਹੈ। ਸੋ ਮਾਮਲਾ ਹੱਤਿਆ ਦਾ ਸੀ, ਜਿਸ ਕਰਕੇ ਸਾਰੀਆਂ ਹੀ ਚੀਜ਼ਾਂ ਯਾਨੀ ਕਿ ਬੰਗਲਾ, ਵਸੀਅਤ, ਨੌਕਰ ਅਤੇ ਦੋਵੇਂ ਬੇਟੇ ਸ਼ੱਕ ਦੇ ਘੇਰੇ ਵਿੱਚ ਆ ਜਾਂਦੇ ਹਨ ਅਤੇ ਉਹਨਾਂ ਸਾਰਿਆਂ ਤੋਂ ਪੁੱਛਤਾਛ ਕੀਤੀ ਜਾਂਦੀ ਹੈ। ਇਸ ਦੌਰਾਨ ਪ੍ਰਿਆ ਵੱਲੋਂ ਲਿਖੇ ਗਏ ਖੱਤ ਵੀ ਸਾਹਮਣੇ ਆਉਂਦੇ ਹਨ, ਜੋ ਵਸੀਅਤ ਦੇ ਝਗੜੇ ਨੂੰ ਲੈ ਕੇ ਉਸਨੇ ਚੇਤਨ ਆਨੰਦ ਦੇ ਰਿਸ਼ਤੇਦਾਰਾਂ ਨੂੰ ਲਿਖੇ ਸਨ। ਪੁੱਛਤਾਛ ਦੇ ਦੌਰਾਨ ਜਦੋਂ ਨੌਕਰ ਅਤੇ ਨੌਕਰਾਨੀ ਦੇ ਨਾਲ ਸਖਤੀ ਵਰਤੀ ਜਾਂਦੀ ਹੈ ਤਾਂ ਉਹ ਤੋਤੇ ਦੀ ਤਰ੍ਹਾਂ ਆਪਣਾ ਸਾਰਾ ਜ਼ੁਰਮ ਪੁਲਿਸ ਦੇ ਸਾਹਮਣੇ ਰੱਟ ਦਿੰਦੇ ਹਨ ਤੇ ਨਾਲ ਹੀ ਨਾਮ ਲੈਂਦੇ ਹਨ ਕੇਤਨ ਅਤੇ ਵਿਵੇਕ ਆਨੰਦ ਦਾ ਕਿ ਇਹ ਸਭ ਉਹਨਾਂ ਨੇ ਉਹਨਾਂ ਦੇ ਕਹਿਣ ਤੇ ਕੀਤਾ ਹੈ ਤੇ ਬਦਲੇ ਦੇ ਵਿੱਚ ਉਹਨਾਂ ਨੂੰ ਪੈਸੇ ਵੀ ਮਿਲਣ ਵਾਲੇ ਸਨ, ਹਾਲਾਂਕਿ ਜਿਹੜੇ ਪੈਸੇ ਉਹਨਾਂ ਨੂੰ ਕਦੇ ਵੀ ਨਹੀਂ ਮਿਲੇ। ਇਸ ਤੋਂ ਬਾਅਦ ਕੇਤਨ ਅਤੇ ਵਿਵੇਕ ਆਨੰਦ ਨੂੰ ਪਕੜ ਲਿਆ ਜਾਂਦਾ ਹੈ, ਪਰ ਉਹ ਸਾਰਾ ਜ਼ੁਰਮ ਦਾ ਇਲਜ਼ਾਮ ਨੌਕਰਾਂ ਦੇ ਸਿਰ ਤੇ ਪਾ ਕੇ ਉਸ ਵੇਲੇ ਤਾਂ ਬਚ ਨਿਕਲਦੇ ਹਨ। ਪਰ ਫਿਰ ਪੁਲਿਸ ਡੂੰਘਾਈ ਦੇ ਵਿੱਚ ਤਫਤੀਸ਼ ਕਰਦੀ ਹੈ, ਫਿੰਗਰਪ੍ਰਿੰਟਸ ਮਿਲਦੇ ਹਨ, ਲੜਾਈ ਝਗੜੇ ਦੀਆਂ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ ਹਨ ਤੇ ਅਖੀਰ ਨੂੰ ਕੇਤਨ ਅਤੇ ਵਿਵੇਕ ਆਨੰਦ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਬਾਲੀਵੁੱਡ ਦੇ ਵਿੱਚ ਤਹਿਲਕਾ ਮਚ ਜਾਂਦਾ ਹੈ ਕਿਉਂਕਿ ਉਸ ਵੇਲੇ ਦਾ ਇਹ ਬਾਲੀਵੁੱਡ ਦੇ ਵਿੱਚ ਪਹਿਲਾ ਕਤਲ ਸੀ ਜੋ ਕਿ ਕੀਤਾ ਵੀ ਗਿਆ ਸੀ 2 ਸੁਤੇਲੇ ਬੇਟਿਆਂ ਵੱਲੋਂ ਤੇ ਬੇਟੇ ਵੀ ਸਨ ਉਸ ਵੇਲੇ ਦੇ ਮਸ਼ਹੂਰ ਡਾਇਰੈਕਟਰ ਚੇਤਨ ਆਨੰਦ ਦੇ, ਜੋ ਕਿ ਭਰਾ ਸਨ ਮਸ਼ਹੂਰ ਅਭਿਨੇਤਾ ਦੇਵਾ ਆਨੰਦ ਦੇ। ਸੋ ਇਹ ਸਾਰੀਆਂ ਗੱਲਾਂ ਨੂੰ ਮਿਲਾ ਕੇ ਇੱਕ ਬਹੁਤ ਵੱਡੀ ਹੈਡਲਾਈਨ ਬਣੀ ਤੇ ਸਾਰਾ ਮਾਮਲਾ ਕੋਰਟ ਦੇ ਵਿੱਚ ਆਉਂਦਾ ਹੈ ਕਿਉਂਕਿ ਇਹ ਇੱਕ ਹਾਈ ਪ੍ਰੋਫਾਈਲ ਮਾਮਲਾ ਸੀ, ਜਿਸ ਕਰਕੇ 31 ਜੁਲਾਈ 2002 ਨੂੰ ਕੇਤਨ ਅਤੇ ਵਿਵੇਕ ਆਨੰਦ ਦੇ ਨਾਲ ਮਾਲਾ ਚੌਧਰੀ ਅਤੇ ਅਸ਼ੋਕਨ ਸਵਾਮੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ। ਪਰ 2011 ਦੇ ਵਿੱਚ ਜਦੋਂ ਉਹ ਬੰਬੇ ਹਾਈ ਕੋਰਟ ਨੂੰ ਰਿਹਾਈ ਦੀ ਅਪੀਲ ਪਾਉਂਦੇ ਹਨ ਤਾਂ ਬੰਬੇ ਹਾਈ ਕੋਰਟ ਅਪੀਲ ਨੂੰ ਮਨਜ਼ੂਰ ਕਰ ਲੈਂਦੀ ਹੈ ਤੇ ਜ਼ਮਾਨਤ ਤੇ ਸਾਰਿਆਂ ਨੂੰ ਰਿਹਾ ਕਰ ਦਿੰਦੀ ਹੈ। ਹਾਲਾਂਕਿ ਇਸ ਮਾਮਲੇ ਤੇ ਕੋਈ ਫੈਸਲਾ ਅਜੇ ਤੱਕ ਸਾਹਮਣੇ ਨਹੀਂ ਆਇਆ ਅਤੇ ਉਹ ਸਾਰੇ ਕਾਤਲ ਬਾਹਰ ਖੁੱਲ੍ਹਮ-ਖੁੱਲ੍ਹਾ ਜ਼ਮਾਨਤ ਉੱਤੇ ਘੁੰਮ ਰਹੇ ਹਨ।